राम कली महला पहला। जित दर वसह कवन दर कई है, दरां पितर दर कवन लह। जिस दर कारण फिरां उदासी, सो दर कोई आए कह। किन विद सागर तरियै, जीव त्यां नह मरियै रहाओ। दुख दरवाजा रो रखवाला, आसा अंदेसा दोए पट जड़े। माया जल खाई पानी कर बांधिया, सत कै आसन पुरख रह। किनते नामा अंत ना जानिया, तुम सार नाही अवर हरे। ऊंचा नहीं कहना मन में रहना, आपे जाने आप करे। जब आसा अंदेसा तब ही क्यों कर एक कह। आसा पीतर रह निराशा, तो नानक एक मिलै। इन बिद सागर तरियै, जीव त्यां इਉਂ मरियै। वाहिगुरु जी का खालसा, वाहिगुरु जी की फतेह। ये पावन अमोल बचन गुरु नानक साहब जी महाराज ਦੇ ਬਖਸ਼ਿਸ਼ ਕੀਤੇ ਹੋਏ ਆਰਾਮ ਕਲੀ ਰਾਗ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੁਭਾਈਮਾਨ ਨੇ। ਮਨੁੱਖ ਦੇ ਮਨ ਅੰਦਰ ਪਰਮਾਤਮਾ ਨੂੰ ਮਿਲਣ ਦੇ ਲਈ ਹਮੇਸ਼ਾ ਤਾਂਘ ਰਹੀ ਹੈ ਕਿ ਉਸ ਪਰਮਾਤਮਾ ਨੂੰ ਪ੍ਰਾਪਤ ਕਰਨ ਦੇ ਲਈ ਕੋਈ ਸਰੀਰ ਨੂੰ ਕਸ਼ਟ ਦੇ ਰਿਹਾ ਹੈ, ਕੋਈ ਧਰਮ ਗ੍ਰੰਥਾਂ ਨੂੰ ਪੜ੍ਹ ਕੇ ਉਸ ਨੂੰ ਮਿਲਣਾ ਚਾਹੁੰਦਾ ਹੈ, ਕੋਈ ਘਰ ਛੱਡ ਕੇ ਜਾਂ ਜੰਗਲਾਂ ਤੀਰਥਾਂ 'ਤੇ ਫਿਰ ਕੇ ਪਰਮਾਤਮਾ ਨੂੰ ਲੱਭਣਾ ਚਾਹੁੰਦਾ ਹੈ। ਸਤਿਗੁਰੂ ਜੀ ਕਹਿ ਰਹੇ ਕਿ ਉਹ ਪਰਮਾਤਮਾ ਹਰ ਮਨੁੱਖ ਦੇ ਅੰਦਰ ਸਤ ਕੇ ਆਸਣ ਪੁਰਖ ਰਹੇ। ਉਹ ਇੱਕ ਵਾਹਿਗੁਰੂ ਜੀ ਮਨੁੱਖ ਦੇ ਅੰਦਰ ਸਤ ਦਾ ਅਰਥ ਹੈ ਸਹਿਜ ਅਵਸਥਾ ਜਾਂ ਸੱਚ ਦਾ ਘਰ ਜਿਹੜਾ ਹੈ, ਉੱਥੇ ਪਰਮਾਤਮਾ ਉਸ ਆਸਣ 'ਤੇ ਬੈਠਾ। ਪਰ ਉਸ ਆਸਣ ਤੱਕ ਪਹੁੰਚਣ ਦੇ ਲਈ ਇੱਕ ਸਮੁੰਦਰ ਪਾਰ ਕਰਨਾ ਪੈਣਾ ਹੈ। ਸਮੁੰਦਰ ਦੇ ਅੱਗੇ ਜਿੰਨੇ ਵਿਕਾਰ ਨੇ ਜਾਂ ਸਾਡੇ ਜਿੰਨੇ ਗਿਆਨ ਤੇ ਕਰਮ ਇੰਦਰੀ ਨੇ, ਇਹਨਾਂ 'ਤੇ ਜਿੱਤ ਪ੍ਰਾਪਤ ਕਰਨੀ ਪੈਣੀ ਹੈ। ਇਹਨਾਂ 'ਤੇ ਜਿੱਤ ਪ੍ਰਾਪਤ ਕਰਨਾ ਇਵੇਂ ਜਿਵੇਂ ਕਿਸੇ ਸਮੁੰਦਰ ਨੂੰ ਪਾਰ ਕਰਨਾ ਹੋਵੇ। ਗੁਰਬਾਣੀ ਵਿੱਚ ਸਮੁੰਦਰ ਦਾ ਜ਼ਿਕਰ ਕੀਤਾ ਹੈ ਸਤਿਗੁਰੂ ਜੀ ਨੇ। ਕੁਝ ਧਾਰਮਿਕ ਲੋਕਾਂ ਨੇ ਕਿਹਾ ਸੀ ਕਿ ਇਹ ਸਰੀਰ ਤਿਆਗਣ ਤੋਂ ਬਾਅਦ ਕੋਈ ਭਵ ਸਾਗਰ ਜਿਹੜਾ ਅਸੀਂ ਪਾਰ ਕਰਨਾ ਹੈ। ਪਰ ਸਤਿਗੁਰੂ ਜੀ ਕਹਿੰਦੇ ਇਸ ਜ਼ਿੰਦਗੀ ਅੰਦਰ ਸਮੁੰਦਰ ਹੈ। ਉਹ ਸਮੁੰਦਰ ਹੈ ਵਿਕਾਰਾਂ ਦਾ। ਸ਼੍ਰੀਮਾਨ ਭਗਤ ਨਾਮਦੇਵ ਸਾਹਿਬ ਜੀ ਨੇ ਇੱਕ ਬਚਨ ਕਿਹਾ, ਲੋਭ ਲਹਿਰ ਅਤ ਨੀਜਰ ਬਾਜੇ ਕਾਇਆ ਡੂਬੈ ਕੇਸਵਾ। ਇਹ ਵਾਹਿਗੁਰੂ ਜੀ ਸਾਡੀ ਜ਼ਿੰਦਗੀ 'ਚ ਲੋਭ ਦੀਆਂ ਲਹਿਰਾਂ ਚੱਲ ਰਹੀਆਂ ਨੇ। ਸਾਡੀ ਕਾਇਆ, ਸਾਡਾ ਇਹ ਮਨ ਉਹਦੇ ਵਿੱਚ ਡੁੱਬ ਰਿਹਾ। ਸਿੱਧਾ ਨੇ ਸਤਿਗੁਰੂ ਜੀ ਨੇ ਕਿਹਾ ਸੀ, ਦੁਨੀਆ ਸਾਗਰ ਦੁੱਤਰ ਕਹੀਏ ਕਿਉਂ ਕਰ ਪਾਈਏ ਪਾਰੋ। ਬਾਬਾ ਨਾਨਕ ਜੀ ਇਹ ਦੁਨੀਆ 'ਚ ਰਹਿ ਕੇ ਵਿਕਾਰਾਂ ਤੋਂ ਬੁਰਾਈਆਂ ਤੋਂ ਅਛੋਹ ਰਹਿਣਾ, ਇਵੇਂ ਜਿਵੇਂ ਸਮੁੰਦਰ 'ਚ ਰਹਿ ਕੇ ਕੋਈ ਭਿੱਜੇ ਨਾ, ਇਹਨੂੰ ਕਿਵੇਂ ਅਸੀਂ ਪਾਰ ਕਰ ਸਕਦੇ ਹਾਂ। ਅਤੇ ਸਤਿਗੁਰੂ ਜੀ ਨੇ ਜੁਗਤ ਦਿੱਤੀ ਸੀ ਕਿ ਸ਼ਬਦ ਸੁਰਤ ਭਵ ਸਾਗਰ ਤਰੀਏ। ਆਪਣੀ ਸੁਰਤ ਨੂੰ ਸ਼ਬਦ ਵਿੱਚ ਜੋੜ ਕੇ ਅਸੀਂ ਭਵ ਸਾਗਰ ਨੂੰ ਪਾਰ ਕਰ ਸਕਦੇ ਹਾਂ। ਜਿਵੇਂ ਮੁਰਗਾਬੀ ਪਾਣੀ 'ਚ ਨਿਰਲੇਪ ਰਹਿੰਦੀ ਹੈ, ਜਿਵੇਂ ਕਮਲ ਪਾਣੀ 'ਚ ਅਛੋਹ ਰਹਿੰਦਾ ਹੈ, ਮਨੁੱਖ ਦਾ ਮਨ ਇਸ ਸੰਸਾਰ 'ਚ ਰਹਿੰਦਿਆਂ ਇਹਨਾਂ ਦੁੱਖਾਂ ਤੋਂ ਵਿਕਾਰਾਂ ਤੋਂ ਅਛੋਹ ਹੋ ਜਾਏ। ਕੋਈ ਦੁੱਖ ਕੋਈ ਵਿਕਾਰ ਉੱਤੇ ਪ੍ਰਭਾਵ ਨਾ ਪਾ ਸਕੇ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਬਚਨ ਕਿਹਾ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁਖ ਸਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੇ। ਜਿਹੜਾ ਬੰਦਾ ਦੁੱਖਾਂ ਨੂੰ ਦੁੱਖ ਮੰਨਦਾ ਹੀ ਨਹੀਂ, ਇਹਨਾਂ ਤੋਂ ਪ੍ਰਭਾਵਿਤ ਹੀ ਨਹੀਂ ਹੁੰਦਾ। ਜਿਹੜਾ ਬੰਦਾ ਜ਼ਿੰਦਗੀ ਸੁੱਖ ਆ ਜਾਏ ਇਹਨਾਂ ਤੋਂ ਪ੍ਰਭਾਵਿਤ ਨਹੀਂ ਹੁੰਦਾ, ਸਦਾ ਇੱਕ ਰਸ ਰਹਿੰਦਾ। ਜਿਹੜਾ ਚੁਗਲੀ ਨਿੰਦਾ ਤੋਂ ਰਹਿਤ ਹੋ ਕੇ, ਉਸ ਤੋਂ ਨਿੰਦਿਆ ਤੋਂ ਰਹਿਤ ਹੋ ਕੇ, ਸਤਿਗੁਰੂ ਜੀ ਕਹਿੰਦੇ ਤੇ ਘਟ ਬ੍ਰਹਮ ਨਿਵਾਸ, ਉਹਦੇ ਹਿਰਦੇ 'ਚ ਬ੍ਰਹਮ ਦਾ ਨਿਵਾਸ ਹੋ ਗਿਆ, ਭਾਵ ਬ੍ਰਹਮ ਵਿੱਚ ਉਹ ਲਿਵਲੀਨ ਹੋ ਗਿਆ। ਪਰ ਸਤਿਗੁਰੂ ਸਾਹਿਬ ਜੀ ਇੱਥੇ ਵੀ ਕਹਿ ਰਹੇ ਨੇ ਕਿ ਉਸ ਪਰਮਾਤਮਾ ਤੱਕ ਪਹੁੰਚਣ ਲਈ ਜਿਹੜਾ ਸਮੁੰਦਰ ਪਾਰ ਕਰਨਾ ਹੈ, ਉਹਨੂੰ ਪਾਰ ਕਰਨ ਦੇ ਲਈ ਇੱਕ ਜੁਗਤ ਗੁਰੂ ਪਾਸੋਂ ਮਿਲਦੀ ਹੈ। ਗੁਰੂ ਸਾਹਿਬ ਜੀ ਦੇ ਬਚਨ ਨੇ ਕਿ ਜਿਤ ਦਰ ਵਸੇ ਕਵਨ ਦਰ ਕਹੀਏ, ਦਰਾਂ ਭੀਤਰ ਦਰ ਕਵਨ ਲਹਿ। ਦਰ ਦਸਤ ਹੈ ਅਸਥਾਨ, ਦਰਵਾਜ਼ੇ ਨੂੰ ਹੀ ਦਰ ਕਹਿੰਦੇ ਨੇ। ਰੋਜ਼ ਅਸੀਂ ਬਚਨ ਪੜ੍ਹਦੇ, ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਉਹ ਵਾਹਿਗੁਰੂ ਜੀ ਦਾ ਦਰ, ਉਹ ਘਰ ਕਿਹੋ ਜਿਹਾ ਬਈ, ਬੜਾ ਅਜੀਬ, ਜਿੱਥੇ ਬੈਠ ਕੇ ਸਾਰਿਆਂ ਦੀ ਪਰਮਾਤਮਾ ਸੰਭਾਲ ਕਰ ਰਿਹਾ। ਸਤਿਗੁਰੂ ਸਾਹਿਬ ਜੀ ਕਹਿੰਦੇ ਉਹ ਦਰ ਕਿਹੋ ਜਿਹਾ ਹੈ, ਦਰਾਂ ਭੀਤਰ ਦਰ ਕਵਨ ਲਹਿ। ਸਾਰੇ ਥਾਵਾਂ ਤੋਂ ਅੱਗੇ ਗੁਪਤ ਥਾਂ, ਸਾਰੇ ਦਰਵਾਜ਼ਿਆਂ ਤੋਂ ਅੱਗੇ ਗੁਪਤ ਦਰਵਾਜ਼ਾ। ਗੁਰੂ ਅਮਰਦਾਸ ਜੀ ਦਾ ਬਚਨ ਸੀ, 9 ਦਰਵਾਜ਼ੇ ਪ੍ਰਗਟ ਕੀਏ 10ਵਾਂ ਗੁਪਤ ਰਖਾਇਆ। ਸਾਡੀਆਂ ਅੱਖਾਂ, ਕੰਨ, ਨੱਕ, ਇਹ ਸਾਰੇ ਗਿਆਨ ਕਰਮ ਇੰਦਰੀ ਪ੍ਰਗਟ ਨੇ, ਪਰ ਉਹ 10ਵਾਂ ਦਰਵਾਜ਼ਾ ਜਿਹੜਾ ਹੈ ਨਾ,
ਜਿਹਨੂੰ ਆਤਮਿਕ ਗਿਆਨ ਦਾ ਦਰਵਾਜ਼ਾ ਕਿਹਾ ਹੈ, ਆਤਮਿਕ ਸੂਝ ਦਾ ਦਰਵਾਜ਼ਾ ਕਿਹਾ ਹੈ, ਜਿਹਨੂੰ 10ਵਾਂ ਦਰਵਾਜ਼ਾ ਸਿਆਣੇ ਕਹਿੰਦੇ ਨੇ। ਸਤਿਗੁਰੂ ਜੀ ਕਹਿੰਦੇ ਉਹ ਗੁਪਤ ਹੈ, ਉਹ ਪ੍ਰਗਟ ਨਹੀਂ ਹੈ। ਤੇ ਉਹ ਆਤਮਿਕ ਗਿਆਨ ਦਾ ਦਰਵਾਜ਼ਾ ਅੱਖਾਂ ਮੀਟਿਆਂ ਨਹੀਂ ਖੁੱਲਦਾ ਕਿ ਟਿਕ ਟਿਕੀ ਲਗਾ ਲਓ 10ਵਾਂ ਦਰਵਾਜ਼ਾ ਖੁੱਲ ਜਾਏਗਾ। ਉਹ ਆਤਮਿਕ ਗਿਆਨ ਸਾਨੂੰ ਗੁਰੂ ਪਾਸੋਂ ਮਿਲੇਗਾ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਉਹ ਦਰਾਂ ਪੀਤਰ ਦਰ ਕਮਨ ਲਹਿ, ਸਾਰੇ ਥਾਵਾਂ ਤੋਂ ਅੱਗੇ ਜਿਹੜਾ ਗੁਪਤ ਥਾਂ ਹੈ ਭਾਈ ਉਹ ਕਿਹੋ ਜਿਹਾ ਹੈ, ਕਿਵੇਂ ਪਤਾ ਲੱਗੇਗਾ ਉਹਦੇ ਬਾਰੇ? ਕੌਣ ਉਹਦੇ ਬਾਰੇ ਸਾਨੂੰ ਸੋਝੀ ਦੇਗਾ? ਕਿਨ ਬਿਦ ਸਾਗਰ ਤਰੀਐ ਜੀਵਤਿਆਂ ਨਹਿ ਮਰੀਐ, ਕਿਉਂਕਿ ਉਸ ਅਸਥਾਨ ਜਾਂ ਉਹ ਸਾਰੇ ਦਰਾਂ ਤੋਂ ਅਗਲਾ ਜਿਹੜਾ ਦਰ ਹੈ ਉੱਥੇ ਪਹੁੰਚਣ ਦੇ ਲਈ ਇੱਕ ਸਮੁੰਦਰ ਪਾਰ ਕਰਨਾ ਪੈਣਾ। ਆਪਣੇ ਇਹਨਾਂ ਇੰਦਰੀਆਂ ਤੇ ਜਿੱਤ ਪ੍ਰਾਪਤ ਕਰਨੀ ਇਵੇਂ ਹੈ ਜਿਵੇਂ ਸਮੁੰਦਰਾਂ ਤੇ ਸਮੁੰਦਰ ਨੂੰ ਪਾਰ ਕਰਨਾ ਹੈ। ਸਤਿਗੁਰੂ ਜੀ ਨੇ ਕਿਹਾ ਸੀ ਮਨ ਜੀਤੇ ਜਗ ਜੀਤ, ਮਨ ਨੂੰ ਜਿੱਤਣ ਵਾਲਾ ਤੇ ਜਗਤ ਦਾ ਜੇਤੂ ਹੁੰਦਾ ਹੈ। ਇਹਨਾਂ ਇੰਦਰੀਆਂ ਤੇ ਜਿੱਤ ਪ੍ਰਾਪਤ ਕਰਨੀ ਸਮੁੰਦਰ ਨੂੰ ਪਾਰ ਕਰਨ ਦੀ ਨਹੀਂ ਆਈ ਹੈ, ਕੋਈ ਸੌਖੀ ਗੱਲ ਨਹੀਂ ਹੈ। ਘਰ ਛੱਡਣਾ ਲੋਕੀ ਛੱਡ ਦਿੰਦੇ ਨੇ, ਸੌਖ ਹੈ। ਦੁਨਿਆਵੀ ਤੌਰ ਤੇ ਕਸ਼ਟ ਲੋਕੀ ਝੱਲ ਰਹੇ ਨੇ, ਸਭ ਕੁਝ ਕਰ ਰਹੇ ਨੇ, ਪਰ ਇਹਨਾਂ ਇੰਦਰੀਆਂ ਤੇ ਜਿੱਤ ਪ੍ਰਾਪਤ ਕਰਨੀ। ਕਈ ਲੋਕ ਘਰ ਛੱਡ ਬੈਂਦੇ ਨੇ, ਫਿਰ ਇੰਦਰੀਆਂ ਦੇ ਅਧੀਨ ਰਹਿੰਦੇ ਨੇ। ਦੇਸ ਛੋੜ ਪ੍ਰਦੇਸੇ ਧਾਇਆ, ਪੰਚ ਚੰਡਾਲ ਨਾਲੇ ਲੈ ਆਇਆ। ਘਰ ਛੱਡਤਾ, ਦ੍ਰਿਸ਼ਟੀ ਫਿਰ ਪਵਿੱਤਰ ਨਹੀਂ ਬਣਦੀ, ਦੁਇਦ ਵਿੱਚ ਰਹਿੰਦੀ ਹੈ। ਘਰ ਛੱਡ ਕੇ ਫਿਰ ਉਸਤਤ ਸੁਣਨ ਦੀ ਭੁੱਖ ਰਹਿੰਦੀ ਹੈ। ਘਰ ਛੱਡ ਕੇ ਫਿਰ ਮੋਹ ਤੋਂ ਮੁਕਤ ਨਹੀਂ ਹੁੰਦਾ, ਬੰਦਾ ਵੱਡੇ ਵੱਡੇ ਡੇਰੇ ਬਣਾਉਣਾ ਚਾਹੁੰਦਾ ਹੈ। ਇਹ ਬੜਾ ਕਠਿਨ ਹੈ, ਜਿਵੇਂ ਸਮੁੰਦਰ ਨੂੰ ਪਾਰ ਕਰਨਾ ਇਵੇਂ ਹੈ। ਸਾਹਿਬ ਕਹਿੰਦੇ ਸਮੁੰਦਰ ਨੂੰ ਕਿਵੇਂ ਪਾਰ ਕੀਤਾ ਜਾਏ? ਇਹਨੂੰ ਪਾਰ ਕਰਨ ਲਈ ਤੇ ਜਿਉਂਦੇ ਮਰਨਾ ਪੈਂਦਾ। ਜਿਉਂਦਿਆਂ ਮਰਨਾ ਔਖਾ ਹੈ। ਜਿਉਂਦੇ ਮਰਨ ਦਾ ਅਰਥ ਹੈ ਮਨ ਦੀ ਮਤ ਵੱਲੋਂ ਮਰਨਾ, ਵਿਕਾਰਾਂ ਵੱਲੋਂ ਮਰਨਾ। ਇਹ ਬੜਾ ਔਖਾ ਹੈ। ਬਾਬਾ ਨਾਨਕ ਜੀ ਨੇ ਕਿਹਾ ਸੀ ਜੇ ਪ੍ਰਮਾਤਮਾ ਤੱਕ ਪਹੁੰਚਣਾ ਪਹਿਲੀ ਸ਼ਰਤ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ। ਪਹਿਲਾਂ ਮਰਨਾ ਪ੍ਰਵਾਨ ਕਰ ਲਓ, ਮਨ ਦੀ ਮਤ ਤਿਆਗਣੀ ਪ੍ਰਵਾਨ ਕਰ ਲਓ। ਮਰਨਾ ਪ੍ਰਵਾਨ ਦਾ ਅਰਥ ਕਿ ਲੋਕ ਲਾਜ ਵੱਲੋਂ ਮਰ ਜਾਓ। ਦੁਨੀਆ ਕੀ ਕਹੇਗੀ, ਦੁਨੀਆ ਸਾਡੀ ਨਿੰਦਾ ਕਰਦੀ, ਉਸਤਤ ਕਰਦੀ, ਇਹਦੇ ਤੋਂ ਰਹਿਤ ਹੋ ਜਾਣਾ, ਇਹ ਹੈ ਮਰਨਾ ਪ੍ਰਵਾਨ ਕਰਨਾ। ਸਤਿਗੁਰੂ ਜੀ ਕਹਿੰਦੇ ਬੜਾ ਔਖਾ ਹੈ। ਰਹਾਉ ਤੋਂ ਬਾਅਦ ਫਿਰ ਬਚਨ ਕੇ ਦੁੱਖ ਦਰਵਾਜ਼ਾ ਰੂਹ ਰਖਵਾਲਾ, ਆਸਾ ਅੰਦੇਸਾ ਦੋਏ ਪੱਟ ਜੜੇ। ਉਸ ਆਸਣ ਤੱਕ, ਅਸਥਾਨ ਤੱਕ ਪਹੁੰਚਣ ਦੇ ਲਈ ਰਸਤੇ 'ਚ ਇੱਕ ਦਰਵਾਜ਼ਾ ਹੈ ਦੁੱਖਾਂ ਦਾ। ਅਸੀਂ ਦੁੱਖ ਸਮਝਦੇ ਹਾਂ ਜਿਵੇਂ ਇਮਤਿਹਾਨ ਨਲਾਇਕ ਬੱਚੇ ਲਈ ਦੁੱਖ ਨੇ, ਪਰ ਜਿਹੜਾ ਸਿਆਣਾ ਬੱਚਾ ਉਹਨੂੰ ਪਤਾ ਹੈ ਕਿ ਇਮਤਿਹਾਨ ਪਾਸ ਕਰਕੇ ਮੈਂ ਅਗਲੀ ਕਲਾਸ ਜਾਵਾਂਗਾ। ਜਿੰਨੇ ਇਮਤਿਹਾਨ ਵੱਡੇ ਪਾਸ ਕਰਦਾ ਜਾਏਗਾ ਉਨਾ ਉੱਚੇ ਲੈਵਲ 'ਤੇ ਪਹੁੰਚ ਜਾਏਗਾ, ਡਾਕਟਰ ਬਣ ਜਾਏਗਾ, ਇੰਜੀਨੀਅਰ ਬਣ ਜਾਏਗਾ। ਇਵੇਂ ਸਾਡੇ ਜੀਵਨ ਦੇ ਅੰਦਰ ਜਿੰਨੀਆਂ ਇਹ ਰੁਕਾਵਟਾਂ ਨੇ ਜਾਂ ਔਖਾ ਸਮਾਂ ਹੈ, ਇਹ ਸਾਡੀ ਸ਼ਖਸੀਅਤ ਨੂੰ ਉੱਚੀਆਂ ਚੁੱਕਣ ਦੇ ਲਈ ਨੇ, ਸਾਨੂੰ ਤਗੜਿਆਂ ਕਰਨ ਦੇ ਲਈ ਨੇ। ਪਰ ਕਿਉਂਕਿ ਅਸੀਂ ਅੰਦਰੋਂ ਕਮਜ਼ੋਰ ਹਾਂ, ਸਾਨੂੰ ਇਹ ਦੁੱਖ ਨਜ਼ਰ ਆਉਂਦੇ ਨੇ। ਸਤਿਗੁਰੂ ਜੀ ਨੇ ਕਿਹਾ ਦੁੱਖ ਦਾਰੂ ਹੈ। ਦਰਅਸਲ ਇਹ ਸਾਡੇ ਲਈ ਦਾਰੂ ਸਨ, ਪਰ ਸਾਨੂੰ ਕਿਉਂਕਿ ਅਗਿਆਨਤਾ ਕਰਕੇ ਇਹ ਦੁੱਖ ਨਜ਼ਰ ਆਉਂਦੇ ਨੇ। ਸਤਿਗੁਰੂ ਜੀ ਕਹਿੰਦੇ ਦਰਵਾਜ਼ੇ ਨੇ ਰਸਤੇ 'ਚ, ਇਹਨਾਂ ਨੂੰ ਪਾਰ ਕਰਨਾ ਪਏਗਾ। ਰੋਹ ਰਖਵਾਲਾ, ਰੋਹ ਮੈਂ ਨਾ ਗੁੱਸਾ। ਇਹ ਜਿਹੜਾ ਗੁੱਸਾ ਹੈ ਇਵੇਂ ਜਿਵੇਂ ਪਹਿਰੇਦਾਰ ਨਹੀਂ ਹੁੰਦਾ ਕਿਸੇ ਦਰਵਾਜ਼ੇ 'ਤੇ ਖੜਾ, ਕ੍ਰੋਧ ਆ ਜਾਂਦਾ। ਇਹ ਕ੍ਰੋਧ ਨੂੰ ਪਾਰ ਕਰਨਾ ਪਏਗਾ। ਜਿੰਨਾ ਚਿਰ ਕ੍ਰੋਧ ਰਹੇਗਾ, ਭਾਵੇਂ ਜਿੰਨਾ ਮਰਜ਼ੀ ਕੋਈ ਵੱਡਾ ਤਪੱਸੀ ਹੋਵੇ, ਟਿਕਟਕੀ ਲਗਾਉਣ ਵਾਲਾ ਹੋਵੇ, ਪਰਮਾਤਮਾ ਤੱਕ ਨਹੀਂ ਪਹੁੰਚ ਸਕਦਾ। ਇਸ ਕਰਕੇ ਸਤਿਗੁਰੂ ਜੀ ਨੇ ਕਿਹਾ ਸੀ ਘਰ ਛੱਡਣ ਦੀ ਲੋੜ ਨਹੀਂ, ਘਰ-ਬਾਰ ਛੱਡਣ ਦੀ ਲੋੜ ਨਹੀਂ, ਪਰਿਵਾਰ ਛੱਡਣ ਦੀ ਲੋੜ ਨਹੀਂ। ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰ ਜਨ ਕੀ ਤਾਂ ਤੇ ਐ ਨਸ ਭਾਗੋ। ਇਹ ਕਾਮ ਕ੍ਰੋਧ ਨੂੰ ਤਿਆਗਣ ਦੀ ਲੋੜ, ਭਾਵ ਇਹਨਾਂ ਤੇ ਜਿੱਤ ਪ੍ਰਾਪਤ ਕਰਨ ਦੀ ਲੋੜ ਹੈ। ਇਹ ਕ੍ਰੋਧ ਦੇ ਦਰਵਾਜ਼ੇ ਰਖਵਾਲੇ ਤੋਂ ਅੱਗੇ ਲੰਘਣਾ ਹੈ। ਫਿਰ ਆਸਾ ਅੰਦੇਸਾ ਦੋਏ ਪੱਟ ਜੜਾ ਹੈ। ਇਹ ਜਿਹੜਾ ਦਰਵਾਜ਼ਾ ਹੈ ਨਾ ਦੁੱਖਾਂ ਦਾ, ਆਸਾ ਤੇ ਅੰਦੇਸਾ ਦੋ ਇਹਦੇ ਤਖਤੇ ਨੇ, ਪਲੜੇ ਨੇ। ਆਸਾ ਦਾ ਅਰਥ ਹੈ ਅਸੀਂ ਮਨ 'ਚ ਕਈ ਤਰ੍ਹਾਂ ਦੀਆਂ ਆਸਾਵਾਂ ਬੰਨੀ ਬੈਠੇ ਹਾਂ। ਅਗਲੇ ਸਾਲ ਇਹ ਕਰਾਂਗੇ, ਬੱਚਿਆਂ ਲਈ ਇਹ ਕਰਾਂਗੇ, ਬੱਚੇ ਨੂੰ ਡਾਕਟਰ ਬਣਾਵਾਂਗੇ, ਇੰਜੀਨੀਅਰ ਬਣਾਵਾਂਗੇ। ਜਦੋਂ ਉਹ ਆਸਾਂ ਪੂਰੀਆਂ ਨਜ਼ਰ ਨਹੀਂ ਹੁੰਦੀਆਂ, ਫਿਰ ਸਾਡੇ ਅੰਦਰ ਡਰ ਪੈਦਾ ਹੋ ਜਾਂਦਾ ਹੈ, ਸਹਿਮ ਪੈਦਾ ਹੋ ਜਾਂਦਾ ਹੈ। ਇਹ ਆਸਾਂ ਅੰਦੇਸਾ ਦੇ ਜੋ ਮਜ਼ਬੂਤ ਤਖਤੇ ਨੇ, ਇਹਨਾਂ ਨੂੰ ਤੋੜਨਾ ਪਏਗਾ। ਸਤਿਗੁਰੂ ਜੀ ਕਹਿੰਦੇ ਇੱਥੇ ਬਸ ਨਹੀਂ ਹੈ। ਮਾਇਆ ਜਲ ਖਾਈ ਪਾਣੀ ਕਰ ਬੰਧਿਆ, ਸਤ ਕੇ ਆਸਣ ਪੁਰਖ ਹੈ। ਮਾਇਆ ਜਲ ਦਾ ਅਰਥ ਹੈ ਪਾਣੀ। ਮਾਇਆ ਦੀ ਜਿਹੜੀ ਆਬ ਹੈ, ਚਮਕ ਦਮਕ ਹੈ, ਮਾਇਆ ਦਾ ਜਿਹੜਾ ਪ੍ਰਭਾਵ ਹੈ, ਇਸ ਮਾਇਆ ਦੀ ਚਮਕ ਦਮਕ ਤੋਂ ਅੱਗੇ ਲੰਘਣਾ ਪਏਗਾ। ਮਾਇਆ ਦੇ ਪ੍ਰਭਾਵ ਤੋਂ ਅੱਗੇ ਇਹ ਮਾਇਆ ਜਿਹੜੀ ਹੈ ਇਵੇਂ ਹੈ ਜਿਵੇਂ ਕਿਲੇ ਦੇ ਦੁਆਰੇ ਇੱਕ ਡੂੰਘੀ ਖਾਈ ਪੁੱਟੀ ਹੁੰਦੀ ਕਿ ਕੋਈ ਅੱਗੇ ਤੱਕ ਪਹੁੰਚ ਨਾ ਸਕੇ। ਇਹ ਮਾਇਆ ਦੀ ਜਿਹੜੀ ਆਬ ਹੈ, ਚਮਕ ਦਮਕ ਹੈ, ਪ੍ਰਭਾਵ ਹੈ, ਮੋਹ ਹੈ, ਇਹਦੇ ਤੋਂ ਅੱਗੇ ਲੰਘਣਾ ਪਏਗਾ, ਇਹਦੇ ਤੋਂ ਮੁਕਤ ਹੋਣਾ ਪਏਗਾ। ਪਾਣੀ ਕਰ ਬੰਧਿਆ, ਸਤਿਗੁਰੂ ਸਾਹਿਬ ਜੀ ਕਹਿੰਦੇ ਅੱਗੇ ਫਿਰ ਜਿਹੜਾ ਹੈ ਨਾ ਸਾਡੇ ਹਿਰਦੇ ਰੂਪ ਘਰ ਦੇ ਅੰਦਰ ਉਹ ਪਰਮਾਤਮਾ ਜਿਹੜਾ ਹੈ ਨਾ ਉਹਦਾ ਘਰ ਹੈ,
ਉਹ ਪ੍ਰਮਾਤਮਾ ਬੈਠਾ ਹੈ। ਸਤ ਕੇ ਆਸਣ ਪੁਰਖ ਹੈ ਸਾਡੇ ਅੰਦਰ, ਪਰ ਕਿਉਂਕਿ ਸਾਡੀ ਉਹਦੇ ਤੱਕ ਪਹੁੰਚ ਇਸ ਲਈ ਨਹੀਂ, ਰਸਤੇ 'ਚ ਦਰਵਾਜ਼ਾ ਹੈ, ਰਸਤੇ 'ਚ ਪਹਿਰੇਦਾਰ ਖੜੇ ਨੇ, ਰਸਤੇ 'ਚ ਮਾਇਆ ਦੀ ਡੂੰਘੀ ਖਾਈ ਹੈ, ਉਦੋਂ ਅੱਗੇ ਪ੍ਰਮਾਤਮਾ ਦਾ ਘਰ ਹੈ। ਭਾਵ ਜਦੋਂ ਅਸੀਂ ਇਹਨਾਂ ਦੁੱਖਾਂ ਤੋਂ ਰਹਿਤ ਹੋ ਜਾਵਾਂਗੇ, ਅਸ਼ੋਹ ਹੋ ਜਾਵਾਂਗੇ, ਜਦੋਂ ਅਸੀਂ ਵਿਕਾਰਾਂ 'ਤੇ ਜਿੱਤ ਪ੍ਰਾਪਤ ਕਰ ਲਵਾਂਗੇ, ਜਦੋਂ ਅਸੀਂ ਮਾਇਆ ਦੇ ਪ੍ਰਭਾਵ ਤੋਂ ਉੱਚੇ ਉੱਠ ਕੇ ਵੱਧ ਆ ਜਾਏ ਘੱਟ ਆ ਜਾਏ ਉਸ ਵਾਹਿਗੁਰੂ ਜੀ ਦੀ ਰਜ਼ਾ 'ਚ ਰਵਾਂਗੇ, ਆਪਣੀ ਮਿਹਨਤ ਦੇ ਉੱਪਰ ਵਿਸ਼ਵਾਸ ਰੱਖਾਂਗੇ, ਉਦੋਂ ਅਗਲੀ ਅਵਸਥਾ ਹੈ ਜਿੱਥੇ ਪ੍ਰਮਾਤਮਾ ਬੈਠਾ ਹੈ। ਪ੍ਰਮਾਤਮਾ ਦੀ ਮਿਲਨ ਜਿਹੜਾ ਹੈ ਉਹ ਇੱਕ ਮਨ ਦੀ ਅਵਸਥਾ ਦੇ ਨਾਲ ਨਿਰਭਰ ਹੈ। ਗੁਰਦੇਵ ਨੇ ਕਿਹਾ ਸੀ, ਗੁਰ ਕਿਰਪਾ ਜੇ ਨਰ ਕੋ ਕੀਨੀ ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਜਿਹਦੇ ਤੇ ਵਾਹਿਗੁਰੂ ਜੀ ਦੀ ਮਿਹਰ ਹੋ ਗਈ ਉਹ ਤੇ ਗੋਬਿੰਦ 'ਚ ਇਵੇਂ ਲਿਵਲੀਨ ਹੋ ਜਾਂਦਾ ਜਿਵੇਂ ਪਾਣੀ 'ਚ ਭੇਦ ਹੋ ਜਾਂਦਾ। ਉਹ ਸਤ ਦੇ ਆਸਣ, ਸਹਿਜ ਦੇ ਆਸਣ ਦੇ। ਸਹਿਜ ਦਾ ਅਰਥ ਹੈ ਜਿਹੜਾ ਸਾਡੇ ਨਾਲ ਪੈਦਾ ਹੋਇਆ। ਜਦੋਂ ਅਸੀਂ ਜਨਮੇ ਸਾਂ ਜਾਂ ਬੱਚਾ ਹੁੰਦਾ ਹੈ ਨਾ, ਬੜਾ ਪਿਆਰ ਵਾਲਾ ਹੁੰਦਾ ਹੈ, ਬੜਾ ਭੋਲਾ ਹੁੰਦਾ ਹੈ, ਨਿਰਵੈਰ ਹੁੰਦਾ ਹੈ, ਕੋਈ ਲੋਭ ਨਹੀਂ ਹੁੰਦਾ, ਕੋਈ ਉਹਦੇ ਮਨ 'ਚ ਹੰਕਾਰ ਨਹੀਂ ਹੁੰਦਾ। ਇਹ ਹੈ ਸਹਿਜ ਅਵਸਥਾ। ਪਰ ਜਿਉਂ-ਜਿਉਂ ਦੁਨੀਆ ਦਾ ਪ੍ਰਭਾਵ ਪੈਂਦਾ ਹੈ ਉਹ ਸਹਿਜ ਢੱਕਿਆ ਜਾਂਦਾ ਹੈ। ਮਾਇਆ ਦਾ ਪ੍ਰਭਾਵ ਪਿਆ, ਦੁਨੀਆ ਦਾ ਪ੍ਰਭਾਵ ਪਿਆ, ਗੁੱਸਾ ਆਉਣਾ ਸ਼ੁਰੂ ਹੋ ਗਿਆ, ਆਪਣੇ ਪਰਾਏ ਦੀ ਸੋਝੀ ਹੋ ਗਈ, ਉਹ ਸਹਿਜ ਢੱਕਿਆ ਗਿਆ। ਜਿਉਂ-ਜਿਉਂ ਅਸੀਂ ਗੁਰੂ ਦੇ ਮਾਰਗ 'ਤੇ ਚੱਲ ਕੇ ਪ੍ਰਮਾਤਮਾ ਦੇ ਪਿਆਰ ਜੁੜਾਂਗੇ, ਸਾਡੇ ਉੱਪਰੋਂ ਇਹ ਜਿਹੜਾ ਮਿੱਟੀ ਘੱਟਾ ਲੱਥੇਗਾ ਨਾ, ਭਾਵ ਔਗੁਣ ਮਿਟਣਗੇ, ਸਾਡੇ ਅੰਦਰੋਂ ਸਹਿਜ ਪ੍ਰਗਟ ਹੋ ਜਾਏਗਾ। ਸਾਹਿਬ ਜੀ ਕਹਿੰਦੇ ਉਹ ਸਤ ਕੇ ਆਸਣ, ਸਹਿਜ ਜੋ ਸਾਡਾ ਅਸਲੀ ਸੁਭਾਵ ਹੈ, ਉੱਥੇ ਪ੍ਰਮਾਤਮਾ ਬੈਠਾ ਹੈ, ਹਰ ਮਨੁੱਖ ਦੇ ਅੰਦਰ ਬੈਠਾ ਹੈ। ਕਿੰਤੇ ਨਾਮਾ ਅੰਤ ਨਾ ਜਾਣਿਆ ਤੁਮ ਸਰਨਾਹੀ ਅਵਰ ਹਰੇ। ਪਰਮਾਤਮਾ ਦੇ ਕਿੰਨੇ ਨਾਮ ਲੋਕਾਂ ਨੇ ਰੱਖੇ ਨੇ, ਕਰਮ ਨਾਮ, ਬਰੰਦਤ ਸੁਮਤ, ਪਰ ਕਿਸੇ ਵੀ ਨਾਮ ਦੇ ਰਾਹੀਂ ਅਸੀਂ ਪਰਮਾਤਮਾ ਦਾ ਅੰਤ ਨਹੀਂ ਪਾ ਸਕਦੇ। ਪਰਮਾਤਮਾ ਦੇ ਗੁਣਾਂ ਦਾ ਕਿਤੇ ਅੰਤ ਨਹੀਂ ਹੈ। ਜੇ ਅਸੀਂ ਕਹੀਏ ਕਿ ਪਰਮਾਤਮਾ ਦਾ ਨਾਮ ਲੈ ਲੈ ਕੇ ਹੀ ਅਸੀਂ ਪਰਮਾਤਮਾ 'ਚ ਲਿਵਲੀਨ ਹੋਵਾਂਗੇ, ਨਾਮ ਲੈਣਾ ਮੁਬਾਰਕ ਹੈ, ਪਰ ਪਰਮਾਤਮਾ ਦਾ ਨਾਮ ਲੈ ਕੇ ਅਸੀਂ ਅੰਤ ਨਹੀਂ ਪਾ ਸਕਦੇ ਜਾਂ ਉਹਦੇ 'ਚ ਲਿਵਲੀਨ ਨਹੀਂ ਹੋ ਸਕਦੇ। ਪਰਮਾਤਮਾ ਦਾ ਨਾਮ ਲੈਂਦਿਆਂ ਲੈਂਦਿਆਂ ਸਾਡੀ ਸ਼ਖਸੀਅਤ ਦੀ ਉਸਾਰੀ ਹੋਏ। ਸਿਮਰਨ ਦਾ ਅਰਥ ਹੈ ਆਪਣੀ ਸ਼ਖਸੀਅਤ ਦੀ ਉਸਾਰੀ। ਸਿਮਰਨ ਦਾ ਅਰਥ ਹੈ ਕਿ ਪਰਮਾਤਮਾ ਨੂੰ ਚੇਤੇ ਕਰਦਿਆਂ ਨਿਰਵੈਰ ਹੁੰਦੇ ਜਾਣਾ, ਪਰਮਾਤਮਾ ਨੂੰ ਚੇਤੇ ਕਰਦਿਆਂ ਪਰਉਪਕਾਰੀ ਹੁੰਦੇ ਜਾਣਾ, ਪਰਮਾਤਮਾ ਨੂੰ ਚੇਤੇ ਕਰਦਿਆਂ ਲੋਭ ਤੋਂ ਉੱਚੇ ਉੱਠ ਕੇ ਸੰਤੋਖ ਵਿੱਚ ਆਉਂਦੇ ਜਾਣਾ। ਇਹ ਹੈ ਸਿਮਰਨ ਦਾ ਅਰਥ, ਸਿਮਰਨ ਦਾ ਭਾਵ। ਜਿਉਂ-ਜਿਉਂ ਸਿਮਰਨ ਕਰਾਂਗੇ ਸਾਡੀ ਸ਼ਖਸੀਅਤ ਦੀ ਉਸਾਰੀ ਹੋਏਗੀ। ਸ਼ਖਸੀਅਤ ਦੀ ਉਸਾਰੀ ਹੀ ਸਿਮਰਨ ਹੈ। ਸਿਮਰਨ ਤੋਂ ਬਿਨਾਂ ਇਹ ਸ਼ਖਸੀਅਤ ਦੀ ਉਸਾਰੀ ਨਹੀਂ ਹੋਣੀ। ਜੇ ਉਸਾਰੀ ਨਹੀਂ ਹੋਈ ਤੇ ਸਿਮਰਨ ਨਹੀਂ ਹੈ। ਕੇਵਲ ਦਿਖਾਵਾ ਕਰਨਾ ਜਾਂ ਬਾਹਰੋਂ ਬੋਲਣਾ ਇਹ ਸਿਮਰਨ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਨੇ ਤੁਮ ਸਰਨਾਹੀ ਅਵਰ ਹਰੇ। ਵਾਹਿਗੁਰੂ ਜੀ ਤੁਹਾਡੇ ਕਿੰਨੇ ਨਾਮ ਨੇ, ਇਹਨਾਂ ਨਾਮਾਂ ਰਾਹੀਂ ਅੱਜ ਤੱਕ ਕਿਸੇ ਨੇ ਤੁਹਾਡਾ ਅੰਤ ਨਹੀਂ ਪਾਇਆ। ਤੁਹਾਡੇ ਵਰਗਾ ਹੋਰ ਕੋਈ ਹੈ ਹੀ ਕੋਈ ਨਹੀਂ ਹੈ ਜਿਹਦਾ ਅਸੀਂ ਕੋਈ ਅੰਤ ਪਾ ਸਕੇ ਜਾਂ ਜਿਹੜਾ ਤੁਹਾਨੂੰ ਪੂਰਨ ਤੌਰ 'ਤੇ ਬਿਆਨ ਕਰ ਸਕੇ। ਉੱਚਾ ਨਹੀਂ ਕਹਿਣਾ ਮਨ ਮੈਂ ਰਹਿਣਾ, ਆਪੇ ਜਾਣੇ ਆਪ ਕਰੇ। ਸਤਿਗੁਰੂ ਜੀ ਕਹਿੰਦੇ ਉਹ ਪਰਮਾਤਮਾ ਦੇ ਸਿਮਰਨ ਲਈ ਰੌਲਾ ਪਾਉਣ ਦੀ ਲੋੜ ਨਹੀਂ ਹੈ ਜਾਂ ਦਿਖਾਵਾ ਕਰਨ ਦੀ ਲੋੜ ਨਹੀਂ ਹੈ। ਉੱਚਾ ਨਹੀਂ ਕਹਿਣਾ ਦਾ ਅਰਥ ਕਿ ਅਡੰਬਰ ਕਰਨ ਦੀ ਲੋੜ ਨਹੀਂ ਹੈ, ਲੋਕਾਂ ਨੂੰ ਦੱਸਣ ਦੀ ਲੋੜ ਨਹੀਂ ਹੈ। ਮਨ ਵਿੱਚ ਰਹਿਣਾ, ਮਨ ਵਿੱਚ ਪਰਮਾਤਮਾ ਬੈਠਾ ਹੋਇਆ ਹੈ, ਮਨ ਵਿੱਚ ਉਹਦੇ ਨਾਲ ਜੁੜਨਾ, ਆਪਣੇ ਮਨ ਨੂੰ ਸਵਾਰਨਾ, ਵਾਹਿਗੁਰੂ ਜੀ ਦੇ ਪਿਆਰ ਜੁੜ ਕੇ ਆਪਣੇ ਮਨ 'ਚੋਂ ਔਗਣਾਂ ਤੋਂ ਮੁਕਤ ਹੋਣ ਦੇ ਲਈ ਅਰਦਾਸ ਕਰਨੀ। ਆਪੇ ਜਾਣੇ ਆਪ ਕਰੇ। ਉਹ ਵਾਹਿਗੁਰੂ ਜੀ ਆਪ ਹੀ ਸਾਡੇ ਬਾਰੇ ਜਾਣਦਾ ਹੈ। ਜਿਉਂ-ਜਿਉਂ ਅਸੀਂ ਉਸ ਦੇ ਪਿਆਰ ਜੁੜਾਂਗੇ ਆਪੇ ਉਹ ਬਖਸ਼ਿਸ਼ ਕਰ ਦੇਵੇਗਾ, ਆਪ ਹੀ ਉਹ ਰਹਿਮਤ ਕਰਦਾ ਹੈ। ਉਹਦੀ ਬਖਸ਼ਿਸ਼ ਸਦਕਾ ਉਹਦੇ 'ਚ ਲਿਵਲੀਨਤਾ ਹੁੰਦੀ ਹੈ। ਆਸਾ ਜਬ ਆਸਾ ਅੰਦੇਸਾ ਤਵ ਹੀ ਕਿਉਂ ਕਰ ਏਕ ਕਹਿ। ਜਿੰਨਾ ਚਿਰ ਮਨੁੱਖ ਦੇ ਮਨ 'ਚ ਆਸਾ ਹੈ ਨਾ, ਉਹਨਾਂ ਚਿਰ ਮਨੁੱਖ ਇੱਕ ਵਾਹਿਗੁਰੂ ਦਾ ਸਿਮਰਨ ਕਰ ਹੀ ਨਹੀਂ ਸਕਦਾ। ਜੇ ਅਸੀਂ ਇਸ ਖਿਆਲ ਦੇ ਨਾਲ ਹੀ ਮਾਲਾ ਫੇਰਨੀ ਕਿ ਵਾਹਿਗੁਰੂ ਜੀ ਇੰਨੀਆਂ ਮਾਲਾ ਫੇਰਾਂਗੇ ਆਹ ਮਿਲ ਜਾਏ, ਇੰਨੇ ਦਿਨ ਜਾਵਾਂਗੇ ਆਹ ਮਿਲ ਜਾਏ, ਇੰਨੀ ਬਾਣੀ ਪੜਾਂਗੇ ਇਹ ਕੰਮ ਪੂਰਾ ਹੋ ਜਾਏ, ਇਹ ਸਿਮਰਨ ਨਹੀਂ ਹੈ। ਬਾਬਾ ਕਬੀਰ ਸਾਹਿਬ ਜੀ ਨੇ ਕਿਹਾ, ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਸੀ, ਜਾਂ ਲੱਭ ਤਾਂ ਨਿਹੋ ਕਿਹਾ, ਲੱਭ ਤਾਂ ਕੂੜਾ ਨਿਹੋ। ਜੇ ਆਪਾਂ ਕੋ ਆਸਾ ਲਾ ਕੇ ਹੀ ਇਹ ਕੰਮ ਕਰਨਾ ਹੈ, ਰੱਬ ਨੂੰ ਯਾਦ ਕਰਨਾ ਹੈ, ਤੇ ਪਿਆਰ ਨਹੀਂ ਹੈ, ਇਹ ਸਿਮਰਨ ਨਹੀਂ ਹੈ, ਇਹ ਤਾਂ ਇੱਕ ਵਪਾਰ ਹੈ। ਸਤਿਗੁਰੂ ਜੀ ਕਹਿੰਦੇ ਜਿੰਨਾ ਚਿਰ ਮਨ 'ਚ ਆਸਾ ਹੈ ਤੇ ਆਸਾ ਦੇ ਵਿੱਚੋਂ ਜਦੋਂ ਅੰਦੇਸਾ ਸਹਿਮ ਪੈਦਾ ਹੁੰਦਾ ਹੈ, ਉਹਨਾਂ ਚਿਰ ਅਸੀਂ ਵਾਹਿਗੁਰੂ ਜੀ ਨੂੰ ਜਪ ਨਹੀਂ ਸਕਦੇ, ਜਾਂ ਇਵੇਂ ਕਹਿ ਲਓ ਵਾਹਿਗੁਰੂ ਜੀ ਦਾ ਸਿਮਰਨ ਨਹੀਂ ਕਰ ਸਕਦੇ, ਵਾਹਿਗੁਰੂ ਜੀ ਦਾ ਨਾਮ ਨਹੀਂ ਚੇਤੇ ਕਰ ਸਕਦੇ। ਆਸਾ ਭੀਤਰ ਰਹਿ ਨਿਰਾਸਾ ਤੋ ਨਾਨਕ ਏਕ ਮਿਲੈ। ਇਹ ਸੰਸਾਰ ਜਿਹੜਾ ਆਸਾ ਦੇ ਨਾਲ ਭਰਿਆ ਪਿਆ, ਹਰ ਮਨੁੱਖ ਦੇ ਮਨ 'ਚ ਕਈ ਆਸਾਵਾਂ ਨੇ, ਕਈ ਤਰ੍ਹਾਂ ਦੇ ਮਨੁੱਖ ਮਨ ਅੰਦਰ ਸੋਚਾਂ ਸੋਚੀ ਬੈਠਾ।
ਇਹ ਆਸਾਂ ਭਰੇ ਸੰਸਾਰ ਜਦੋਂ ਆਪਾਂ ਨਿਰਾਸ਼ ਹੋ ਜਾਵਾਂਗੇ, ਭਾਵ ਕਿਰਤ ਕਰਨੀ ਹੈ, ਵਾਹਿਗੁਰੂ ਜੀ ਉਹ ਰਹਿਮਤ ਕਰ ਦੇਵੇਗਾ, ਉਹਦੇ 'ਚ ਆਨੰਦਿਤ ਰਹਿਣਾ। ਜ਼ਿੰਦਗੀ ਜਿਉਣੀ ਵਾਹਿਗੁਰੂ ਜੀ ਦੇ ਪਿਆਰ 'ਚ ਉਦਮ ਕਰਨਾ, ਆਪਣਾ ਫਰਜ਼ ਪੂਰਾ ਕਰਨਾ, ਪਰ ਕਦੇ ਕਿਸੇ ਤਰ੍ਹਾਂ ਦੀ ਇਹ ਆਸ ਨਹੀਂ ਲਗਾਉਣੀ ਕਿ ਆਪਾਂ ਇਹ ਬਣ ਜਾਵਾਂਗੇ, ਇਹ ਕਰ ਲਵਾਂਗੇ। ਵਾਹਿਗੁਰੂ ਜੀ ਦਾ ਸਿਮਰਨ ਕਰਦੇ ਹਾਂ, ਆਸ ਨਹੀਂ ਲਗਾਉਣੀ ਕਿ ਅਸੀਂ ਰੱਬ ਨੂੰ ਪ੍ਰਾਪਤ ਕਰ ਲਵਾਂਗੇ। ਬਾਬਾ ਕਬੀਰ ਸਾਹਿਬ ਜੀ ਨੇ ਕਿਹਾ ਸੀ ਕਿ ਦਾਵੇ ਦਾਜਨ ਹੋਤ ਹੈ, ਨਿਰਦਾਵੇ ਰਹਿ ਨਿਸੰਕ। ਜਿੰਨਾ ਚਿਰ ਦਾਵਾ ਕਰਾਂਗੇ ਜਾਂ ਕੋਈ ਆਸ ਬਣਾਂਗੇ ਨਾ ਕਿ ਆਹ ਕੰਮ ਕਰਨਾ ਹੈ, ਕਰ ਲੈਣਾ, ਉਹਨਾਂ ਚਿਰ ਸਾਡੇ ਅੰਦਰ ਤ੍ਰਿਸ਼ਨਾ ਪੈਦਾ ਹੋਏਗੀ, ਹੰਕਾਰ ਪੈਦਾ ਹੋਏਗਾ, ਅੱਗ ਪੈਦਾ ਹੋਏਗੀ। ਜਦੋਂ ਅਸੀਂ ਇਹਨਾਂ ਆਸਾਵਾਂ ਤੋਂ ਉੱਚੇ ਉੱਠ ਜਾਵਾਂਗੇ, ਨਿਰਦਾਵੇ ਰਹਿ ਨਿਸੰਕ, ਜੋ ਜਨ ਨਿਰਦਾਵੇ ਰਹੇ ਸੋ ਗਣੈ ਇੰਦਰ ਸੋ ਰੰਕ। ਇੰਦਰ ਨੂੰ ਸਾਰੇ ਦੇਵਤਿਆਂ ਦਾ ਰਾਜਾ ਜਾਂ ਸਵਰਗਾਂ ਦਾ ਰਾਜਾ ਕਿਹਾ ਗਿਆ। ਕਬੀਰ ਸਾਹਿਬ ਜੀ ਕਹਿੰਦੇ ਜਿਹੜਾ ਬੰਦਾ ਨਿਰਦਾਵੇ ਹੋ ਜਾਏ, ਆਸਾਵਾਂ ਤੋਂ ਉੱਚਾ ਉੱਠ ਜਾਏ, ਉਹ ਤੇ ਇੰਦਰ ਨੂੰ ਵੀ ਕੰਗਾਲ ਗਿਣਦਾ। ਇੰਦਰ ਉਹਦੇ ਬਰਾਬਰ ਕੁਝ ਨਹੀਂ ਹੈ, ਉਹ ਤੇ ਪ੍ਰਮਾਤਮਾ 'ਚ ਲਿਵਲੀਨ ਹੋ ਜਾਂਦਾ ਹੈ। ਗੁਰਬਾਣੀ ਕਹਿੰਦੀ ਸੀ ਜੋਗੀ ਉਹੀ ਹੈ, ਏਕ ਦ੍ਰਿਸ਼ ਸਮ ਕਰ ਜਾਣੇ, ਜੋਗੀ ਕਹੀਏ ਸੋਈ। ਜਿਹੜਾ ਸਾਰਿਆਂ ਨੂੰ ਇੱਕ ਦ੍ਰਿਸ਼ਟੀ ਨਾਲ ਦੇਖਦਾ ਉਹ ਪ੍ਰਮਾਤਮਾ 'ਚ ਲਿਵਲੀਨ ਹੋ ਜਾਂਦਾ ਹੈ। ਗੁਰਦੇਵ ਜੀ ਕਹਿੰਦੇ ਨੇ ਤਉ ਨਾਨਕ ਏਕ ਮਿਲੈ, ਤਾਂ ਇੱਕ ਵਾਹਿਗੁਰੂ ਜੀ ਦੇ ਨਾਲ ਸਾਡੀ ਸਾਂਝ ਬਣਦੀ, ਜਿਹੜਾ ਸਾਡੇ ਅੰਦਰ ਸੱਤ ਕੇ ਆਸਣ 'ਤੇ ਬੈਠਾ ਹੈ। ਜਦੋਂ ਅਸੀਂ ਵਿਕਾਰਾਂ 'ਤੇ ਜਿੱਤ ਪ੍ਰਾਪਤ ਕਰ ਲਵਾਂਗੇ, ਜਦੋਂ ਅਸੀਂ ਆਸੇ ਅੰਦੇਸੇ ਤੋਂ ਉੱਚੇ ਉੱਠ ਜਾਵਾਂਗੇ, ਆਸਾ ਮਨਸਾ ਦੋ ਤਿਆਗੇ ਜਗ ਤੇ ਰਹਿ ਨਿਰਾਸਾ। ਸਤਿਗੁਰੂ ਸਾਹਿਬ ਜੀ ਨੇ ਕਿਹਾ ਸੀ ਆਸਾ ਮਨਸਾ ਤੋਂ ਉੱਚੇ ਉੱਠ ਜਾਵਾਂਗੇ ਤਉ ਨਾਨਕ ਏਕ ਮਿਲੈ। ਇਨ ਮਿਦ ਸਾਗਰ ਤਰੀਐ, ਜੀਵਤਿਆਂ ਇਉਂ ਮਰੀਐ। ਇਹ ਹੈ ਵਿਧੀ ਇਸ ਸਮੁੰਦਰ ਨੂੰ ਪਾਰ ਕਰਨ ਦੇ ਲਈ। ਸਾਗਰ ਮੈਨਾ ਸਮੁੰਦਰ, ਸਮੁੰਦਰ ਹੈ ਵਿਕਾਰਾਂ ਦਾ, ਬੁਰਾਈਆਂ ਦਾ, ਔਗਣਾਂ ਦਾ। ਸਤਿਗੁਰੂ ਜੀ ਕਹਿੰਦੇ ਇਹ ਵਿਧੀ ਹੈ। ਵਿਧੀ ਦਾ ਅਰਥ ਹੈ ਕਿ ਆਪਾਂ ਜਦੋਂ ਇਸ ਜਗਤ ਵਿੱਚ ਰਹਿੰਦੇ ਹਾਂ, ਪ੍ਰਮਾਤਮਾ ਦੇ ਭਰੋਸੇ ਤੇ ਪ੍ਰਮਾਤਮਾ ਦੇ ਆਸਰੇ 'ਚ ਵਿਚਰਾਂਗੇ, ਕੋਈ ਆਸ ਨਹੀਂ ਬੰਨਾਂਗੇ। ਸਤਿਗੁਰੂ ਜੀ ਕਹਿੰਦੇ ਇਹ ਵਿਧੀ ਹੈ ਇਸ ਸਮੁੰਦਰ ਨੂੰ ਪਾਰ ਕਰਨ ਦੇ ਲਈ। ਇਹ ਵਿਧੀ ਹੈ ਜਿਉਂਦੇ ਮਰਨ ਦੇ ਲਈ। ਜਗਤ ਵਿੱਚ ਜਿਉਂਦਿਆਂ ਵੀ ਕੋਈ ਆਸ ਨਾ ਬੰਨਣੀ, ਸੰਸਾਰ 'ਚ ਰਹਿਣਾ, ਗ੍ਰਸਥ ਰਹਿਣਾ, ਕਿਰਤ ਵਿਰਤ ਕਰਦਿਆਂ ਹੋਇਆਂ ਉਸ ਪ੍ਰਮਾਤਮਾ ਦੇ ਭਰੋਸੇ 'ਤੇ ਰਹਿਣਾ, ਪ੍ਰਮਾਤਮਾ ਦੀ ਮੌਜ ਵਿੱਚ ਰਹਿਣਾ। ਜਦੋਂ ਬੰਦਾ ਆਪਣੇ ਇੰਦਰੀਆਂ ਨੂੰ ਜਿੱਤ ਲੈਂਦਾ, ਸਤਿਗੁਰੂ ਜੀ ਨੇ ਕਿਹਾ ਸੀ ਪੰਜੇ ਬੱਧੇ ਮਹਾਬਲੀ ਕਰ ਸੱਚਾ ਢੋਵਾ। ਔਰ ਜਿਹੜਾ ਬੰਦਾ ਇਹਨਾਂ ਮਹਾਬਲੀਆਂ ਨੂੰ, ਵਿਕਾਰਾਂ ਨੂੰ ਕਾਬੂ ਕਰ ਲੈਂਦਾ, ਇਹਨਾਂ ਦੀ ਜਿੱਤ ਪ੍ਰਾਪਤ ਕਰ ਲੈਂਦਾ, ਵਾਹਿਗੁਰੂ ਜੀ ਦੇ ਢੋਏ ਨੂੰ ਪ੍ਰਾਪਤ ਕਰਕੇ, ਫਿਰ ਕੀ ਹੁੰਦਾ ਹੈ? ਰੋਗ ਸੋਗ ਸਭ ਮਿਟ ਗਏ, ਨਿਤ ਨਵਾਂ ਨਰੋਵਾ। ਉਹਦੇ ਅੰਦਰੋਂ ਰੋਗ ਚਿੰਤਾਵਾਂ ਸਭ ਮਿਟ ਜਾਂਦੀਆਂ ਨੇ। ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਵਾ। ਜਿੱਥੋਂ ਜੀਵ ਪੈਦਾ ਹੋਇਆ ਉਹਦੇ 'ਚ ਲਿਵਲੀਨ ਹੋ ਜਾਂਦਾ ਹੈ। ਉਹ ਪ੍ਰਮਾਤਮਾ ਸਾਡੇ ਅੰਦਰ ਸੱਤ ਕੇ ਆਸਣ 'ਚ ਬੈਠਾ ਹੋਇਆ, ਪਰ ਉਸ ਪ੍ਰਮਾਤਮਾ 'ਚ ਲਿਵਲੀਨ ਹੋਣ ਦੀ ਜੁਗਤ ਗੁਰੂ ਕੀ ਬਾਣੀ ਰਾਹੀਂ ਮਿਲੇਗੀ, ਗੁਰੂ ਕੇ ਉਪਦੇਸ਼ ਰਾਹੀਂ ਮਿਲੇਗੀ। ਸਤਿਗੁਰੂ ਜੀ ਕਹਿੰਦੇ ਗੁਰ ਕਿਰਪਾ ਜੇ ਨਰ ਕੋ ਕੀਨੀ ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਜਿਹਦੇ ਤੇ ਗੁਰੂ ਦੀ ਮਿਹਰ ਹੋ ਜਾਏ ਨਾ, ਉਹਨੂੰ ਇਹ ਜੁਗਤ ਵਿਧੀ ਮਿਲ ਜਾਂਦੀ ਹੈ। ਭਾਵ ਉਹ ਗੁਰੂ ਦੇ ਦੱਸੇ ਮਾਰਗ 'ਤੇ ਚੱਲ ਕੇ ਆਤਮਿਕ ਸੂਝ ਪ੍ਰਾਪਤ ਕਰ ਲੈਂਦਾ ਹੈ। ਇਹਨਾਂ ਆਸਾਵਾਂ ਤੋਂ ਜਾਂ ਇਹ ਦੁਨਿਆਵੀ ਵਿਕਾਰਾਂ ਦੇ ਉੱਪਰ ਜਿੱਤ ਪ੍ਰਾਪਤ ਕਰਕੇ, ਦੁੱਖਾਂ ਤੋਂ ਉੱਚਾ ਉੱਠ ਕੇ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਉਹ ਪ੍ਰਮਾਤਮਾ 'ਚ ਇਵੇਂ ਅਭੇਦ ਹੋ ਜਾਂਦਾ ਹੈ ਜਿਵੇਂ ਪਾਣੀ ਵਿੱਚ ਪਾਣੀ ਸਮਾ ਜਾਂਦਾ ਹੈ। ਸਤਿਗੁਰੂ ਜੀ ਦੀ ਬਖਸ਼ਿਸ਼ ਸਦਕਾ ਉਹ ਸੱਤ ਕੇ ਆਸਣ ਜੋ ਪ੍ਰਮਾਤਮਾ ਬੈਠਾ ਹੈ, ਉਹ ਇੱਕ ਵਾਹਿਗੁਰੂ ਜੀ ਮਿਲ ਜਾਂਦਾ ਹੈ। ਇਹ ਤਰੀਕਾ ਹੈ ਇਸ ਭਵ ਸਾਗਰ ਨੂੰ ਪਾਰ ਕਰਨ ਦਾ। ਇਹ ਤਰੀਕਾ ਹੈ ਜਿਉਂਦੇ